ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੀਏ ਤੇ ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮਾਂ ਵਾਲੇ ਆ ਗੁਰਮੁਖ ਪਿਆਰਿਓ, ਭਾਗਾਂ ਵਾਲੇ ਆ, ਕਿਉਂਕਿ ਗੁਰਬਾਣੀ ਦਾ ਫਰਮਾਨ ਆ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਮਨੁੱਖ ਬਾਹਰਲੇ ਆਹਰ ਕਰਦਾ ਫਿਰਦਾ, ਪਰ ਇਹ ਆਹਰ ਜਿਹੜਾ ਇਹ ਕੰਮ ਆ ਮਨੁੱਖ ਨੇ ਮਨ ਨੂੰ ਸਮਝਾਉਣ ਦਾ, ਆਪਣੇ ਆਪ ਨੂੰ ਸਮਝਾਉਣ ਦਾ, ਇਹ ਆਹਰ ਬਹੁਤ ਘੱਟ ਥਾਵਾਂ 'ਤੇ ਹੁੰਦਾ। ਗੁਰਬਾਣੀ ਦਾ ਫਰਮਾਨ ਆ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਜਿਤ ਨਾਨਕ ਜਿਤ ਆਹਰ ਜਗ ਉਧਰੈ, ਬਿਰਲਾ ਬੂਝੈ ਕੋਈ। ਇਹ ਬਿਰਲਾ ਬਿਰਲਾ ਇਸ ਗੱਲ ਨੂੰ ਬੁੱਝਦਾ ਭਾਈ। ਆਪਣੇ ਅੰਦਰ ਨੂੰ ਝਾਤੀ ਵੱਜਦੀ ਹੈ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ। ਇੱਕੋ ਨਾਮ ਉਹ ਪ੍ਰਮਾਤਮਾ ਵਾਹਿਗੁਰੂ ਦਾ, ਅਕਾਲ ਪੁਰਖ ਦਾ। ਸਾਡੀ ਆਤਮਾ ਅਤੇ ਪ੍ਰਮਾਤਮਾ ਦੀ ਦੂਰੀ ਪਈ ਹੋਈ ਆ। ਪਹਿਲਾਂ ਇਹ ਸਮਝਣਾ ਕਿ ਕਿਉਂ ਪਈ ਹੋਈ ਆ, ਉਹਦੇ ਕਾਰਨਾਂ ਨੂੰ ਸਮਝਣਾ, ਅਤੇ ਫਿਰ ਉਹ ਦੂਰੀ ਨੂੰ ਖਤਮ ਕਰਨ ਦੇ ਵਾਸਤੇ ਉਹ ਆਪਣੇ ਸੁਭਾਅ ਨੂੰ ਬਦਲਣਾ, ਆਪਣੀਆਂ ਆਦਤਾਂ ਨੂੰ ਬਦਲਣਾ, ਗੁਰੂ ਦੇ ਲੜ ਲੱਗ ਕੇ। ਇਸ ਤਰ੍ਹਾਂ ਇਹ ਸਤ ਸੰਗਤ ਦੇ ਵਿੱਚ ਹੁੰਦਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਜਿਹਨੂੰ ਪ੍ਰਾਪਤ ਹੋ ਜਾਵੇ ਉਹ ਤਰ ਜਾਂਦਾ ਭਾਈ ਇਸ ਭਵ ਜਲ ਤੋਂ। ਅੱਗੇ ਸਾਨੂੰ ਸਮਝਾਇਆ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਇਸ ਤਰ੍ਹਾਂ ਭਾਈ ਸਤ ਸੰਗਤ ਦੇ ਵਿੱਚ ਬੈਠ ਕੇ ਤੁਸੀਂ ਗੁਰਮੁਖ ਪਿਆਰਿਓ ਗਿਆਨ ਲੈਣਾ। ਜਿਵੇਂ ਮਦਪ ਮਖੀਰਾ ਹੁੰਦਾ, ਮੱਖੀਆਂ ਛੱਤੇ ਉੱਪਰ ਬੈਠਦੀਆਂ ਇਕੱਠੀਆਂ ਹੋ ਕੇ, ਇਸ ਤਰ੍ਹਾਂ ਭਾਈ ਗੁਰੂ ਦਾ ਪ੍ਰਕਾਸ਼ ਹੋਵੇ। ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ, ਸਮਝ ਕੇ, ਜਾਣ ਕੇ ਗੁਰੂ ਜੀ ਦੇ ਆਲੇ ਦੁਆਲੇ ਬੈਠਣਾ ਬੱਚਿਆਂ ਦੇ ਵਾਂਗੂ। ਇੱਕ ਜਾਣੇ ਨੇ ਆਪਾਂ ਨੂੰ ਇਹ ਬਾਣੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ। ਪਹਿਲਾਂ ਆਪ ਸਮਝਣਾ ਅਤੇ ਫਿਰ ਅੱਗੇ ਸਮਝਾਉਣਾ। ਇਹ ਇਸ ਤਰ੍ਹਾਂ ਇਹ ਸਤ ਸੰਗਤ ਹੁੰਦੀ ਹੈ। ਮੱਖੀਆਂ ਦੀ ਤਰ੍ਹਾਂ ਅਸੀਂ ਬਹਿਣਾ ਭਾਈ। ਅਤੇ ਫਿਰ ਮਿਲੇਗਾ ਕੀ ਜੀ ਜੇ ਇਸ ਤਰ੍ਹਾਂ ਦੀ ਸਤ ਸੰਗਤ ਕਰਾਂਗੇ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਤਾਤ ਪਰਾਈ ਕੀ ਹੁੰਦੀ ਹੈ? ਹੁਣ ਆਪਣੇ ਆਪ ਵੱਲ ਨੂੰ ਨਹੀਂ ਝਾਕਣਾ, ਆਪਣੇ ਅੰਦਰ ਨੂੰ ਨਹੀਂ ਜਾਣਾ, ਬਗਾਨੇ 'ਤੇ ਸੜੀ ਬੁਝੀ ਜਾਣਾ। ਤਾਤ ਪਰਾਈ, ਪਰਾਇਆ ਸਾੜਾ। ਕਿਸੇ ਨੇ ਕੋਈ ਚੀਜ਼ ਮਿਲ ਗਈ, ਕਿਸੇ ਨੂੰ ਕੋਈ ਵਡਿਆਈ ਮਿਲ ਗਈ, ਕਿਸੇ ਨੂੰ ਕੋਈ
होर बाहरों कोई अजकल लोग सियाणे कहते आ उन्ने दुखी अपने दुखों तो नहीं जिन्ने किसी नूं सुखी देख के दुखी है। ਉਹਨੂੰ ਐਂ क्यों हो गया, ਉਹਨੂੰ ਐਂ क्यों हो गया। पर जे किते सतसंगत कर लीए फिर सानू समझ लग जूगी ਉਹਦੇ नाल कर्म भाई ਤੇ ਮੇਰੇ ਨਾਲ मैं अपनी सोचा, मैं अपने ਵੱਲ ਨੂੰ ਜਾ। मैं इस तरह ਜਿਹੜਾ ਗੁਰਮੁਖ ਪਿਆਰਿਓ सतसंगत करदा ਉਹ पराई ਤਾਤ ਨੂੰ ਛੱਡ ਜਾਂਦਾ। सतसंगत ਕਰਨ ਦਾ ਇਹ ਫਾਇਦਾ, क्योंकि जो चीज़ आपां कर रहे हैं ਉਹਦੇ बारे आपां ਨੂੰ जानकारी होनी चाहिदी है। सतसंगत सतगुर चट साल है जित हर गुण सिखा। जिहड़ी सतसंगत आ ये सतगुरु सच दा, सतगुरु दा अर्थ है सच दा ज्ञान। ज्ञान मैथड तरीका विधि ढंग ये कित्थों प्राप्त हुंदा? गुरु तो। चट साल हुंदा जिथे बच्चे पढ़ते आ, स्कूल जिन्हों कह लीए पुराना स्कूल, ते जां आपां समझ लीए भी गुरु द्वारे होए सोझी पाए सी। ये सोझी पाउण दे गुरुद्वारे जिहड़े बनाए गए सी, इत्थों सानू गुरु दा ज्ञान मिलना सी भाई। अज दी तरीक 'च सारा कुछ उल्ट हो रहा। धन भागा वो स्थान, वो गुरमुख प्यारे जिथे गुरु की गल मुख तौर पर हुंदी है, पहल के आधार पर हुंदी है, तो वो खट जाते हैं भाई। तो असी सतसंगत करके परमात्मा के गुणां नूं प्राप्त करना। जां अगे समझाया, ज्यों चंदन निकट बसै हिरड बपड़ा, त्यों सतसंगत मिल पतत परवान। जिमें भाई चंदन के नेड़े रिंड का दरख्त हुंदा ते कहंदे रिंड दे विचों भी खुशबू आउण लग जाती है। गुरु की है? गुरु चंदन है। असीं की हैं? असीं रिंड हां। जे असीं सतसंगत करांगे तो साडे विचों भी चंगे गुणां दी खुशबू आउण लग जाएगी। क्योंकि जिहो जी संगत करांगे, कबीर मन पंखी भयो उड उड दह तिस जाए, जो जैसी संगत मिले सो तैसो फल खाए। उहो जी प्राप्ति होनी है भाई। जो पिछे कीता वो हुण साडे सामने है, जिहड़ा हुण करांगे वो 10 सालां नूं सामने होवेगा। साफ आ। कबीर मारी मरु कुसंग की, केले निकट जो बेर, ओ झीलै ओ चीरिए, साकत संग ना हेर। देखियो बच्चिओ, गुरमुख प्यारिओ, कौन समझा रहे आ? गुरु ग्रंथ साहब सच्चे पातशाह। मैं भी सुन रहा, मैं भी सिख रहा। ये समझाया बचन की दे? गुरु ग्रंथ साहब जी दे, गुरबाणी दे समेत मेरे आपां नूं समझाया गया कि माड़ी संगत नहीं करनी भाई। मारी मरूं कुसंग की, सतसंग तो उल्टा कुसंगत। केले निकट जो बेर, ये इस तरह हुंदा जिवें केले का दरख्त आ, एक बेरी का दरख्त आ। हवा आ गई, संग कर लिया दोनों ने, तो हुण वो झूलदी आ बेरी बड़े आराम नाल, ते उहदे चीरिया जांदे आ पत्ते। इस तरह असीं अंदरों चीरे जाने आ जे किते सच दा संग ना कीता भाई। इस करके सच दा संग करना, ते सच दा संग करके असीं चंगे मनुख बन सकते हैं। पर एक नहीं बन सकता। वो किहड़ा? एक कैटागरी आ जिहड़ी गुरु दे नेड़े आके भी बदल नहीं सकती। वो कौन आ? उहदे च तां नहीं किते आपां आउंदे, ये भी ध्यान रखना। बाकी बदल सकते आ जिहड़े शरधा भावना नाल बहिंदे आ, सुणदे आ। एक तबका उहदे विच नहीं आउणा असीं जिहड़े बदलदे नहीं, गुरु कोल भी बैठ के जिन्ना मर्जी नेड़े हो जाण। वो कौन आ महाराज? कबीर बांस वडाई बूढ़िया, इयों मत डूबो कोए, चंदन कै निकटै बसै, बांस सुगंध ना होए। देखियो भाई, बांस ना बन जिओ, भाव धौण अकड़ा के ना बह जाओ गुरु दे अगे भी सानू बहुत कुछ पता, सानू तां हो बांस की है होमे। बांस बनने का अर्थ की है? होमे। होमे नावै नाल विरोध है, दोए ना बसे एक ठाए। तो फिर सानू आत्मक ज्ञान नहीं आना, नाम नहीं जाना जिन्ना चिर होमे का ढक्कन लग्या। गुरबाणी नाल जुड़ना तां जरूरी है। जिमें मान लो पतीला पानी का धरिया होया, उहदे थल्ले अग बाली जाने बाली जाने बाली जाने, जिन्ना चिर फुल भाफ नहीं बनती उन्ना चिर ढक्कन नहीं चक हुंदा। जिन्ना चिर ढक्कन नहीं चक हुंदा उन्ना चिर बाहरों बारिश जिहड़ी पै रही है वो पतीले दे विच नहीं पै सकती। इसे तरह गुरबाणी का सेक दे ही चलो, दे ही चलो, दे ही चलो, ताकि साडा होमे का
ਢੱਕਣ ਚੱਕਿਆ ਜਾਵੇ, ਉਸ ਤੋਂ ਬਾਅਦ ਗੁਰਪ੍ਰਸਾਦ ਪੈਣਾ ਸ਼ੁਰੂ ਹੋਣਾ। ਜੇ ਬਾਂਸ ਵਰਗੇ ਬਹਿ ਗਏ ਗੁਰੂ ਦੇ ਕੋਲ, ਬਹਿ ਜਾਓ ਜਿੰਨਾ ਮਰਜ਼ੀ ਬਹਿ ਜਾਓ, ਨੇੜੇ ਹੋ ਜਾਓ, ਪਰ ਜੇ ਬਿਰਤੀ ਬਾਂਸ ਵਾਲੀ ਆ, ਭਾਵ ਕਿ ਅੰਦਰੋਂ ਹਉਮੈ ਆ, ਫੇਰ ਫਰਕ ਨਹੀਂ ਪੈਣਾ। ਚੰਦਨ ਕਹਿ ਨਿਕਟੈ ਬਸੈ, ਬਾਂਸ ਵੀ ਬਸਦੇ ਆ, ਬਾਕੀ ਸਾਰੇ ਸੁਗੰਧਿਤ ਕਰ ਦਿੰਦਾ ਚੰਦਨ, ਪਰ ਬਾਂਸ 'ਤੇ ਅਸਰ ਨਹੀਂ ਕਰ ਸਕਦਾ। ਬਾਂਸ ਦਾ ਕਾਰਨ ਹੈ ਹਉਮੈ, ਅਤੇ ਦੂਜਾ ਇਹ ਆ ਹਉਮੈ ਵਾਲੇ ਬੰਦਾ ਜਿਹੜਾ, ਉਹਦੇ ਅੰਦਰ ਗੁਣ ਨਹੀਂ ਹੋਣਗੇ, ਅੰਦਰੋਂ ਖਾਲੀ ਹੋਊ। ਬਾਂਸ ਕੀ ਅੰਦਰੋਂ ਖਾਲੀ ਹੁੰਦਾ, ਜਿਹੜਾ ਭਰਿਆ ਹੋਇਆ ਉਹ ਕਦੇ ਨਹੀਂ ਹਉਮੈ ਕਰੂਗਾ। ਉਹ ਜਿਹਨੂੰ ਪਤਾ ਲੱਗ ਗਿਆ ਸਾਰਾ ਕੁਝ, ਅਤੇ ਉਹ ਕਿੱਥੇ ਹਉਮੈ ਕਰੂਗਾ। ਜਿਹਨੇ ਗਿਆਨ ਨਾ ਲਿਆ, ਖਾਲੀ ਹੋਇਆ, ਉਹ ਅੰਦਰੋਂ ਹਉਮੈ ਕਰੂਗਾ। ਉਹ ਸੁਗੰਧਿਤ ਨਹੀਂ ਹੋ ਸਕਦਾ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਉਹਦੇ ਨਾਲ ਨਹੀਂ ਜੁੜਨਾ। ਭਾਵ ਅਰਥ ਸਾਰਾ ਜਿਹੜਾ ਹੋ ਗਿਆ, ਇਹ ਹੋ ਗਿਆ ਵੀ ਅਸੀਂ ਗੁਰਬਾਣੀ ਨਾਲ ਜੁੜਨਾ ਅਤੇ ਗੁਰੂ ਨਾਲ ਜੁੜਿਆਂ ਹੋਇਆਂ ਨਾਲ ਜੁੜਨਾ। ਅਤੇ ਦੋ ਤਰ੍ਹਾਂ ਦੇ ਭਾਈ ਬੰਦੇ ਸਾਨੂੰ ਸੰਸਾਰ ਦੇ ਵਿੱਚ ਮਿਲਦੇ ਆ, ਦੋ ਤਰ੍ਹਾਂ ਦੀਆਂ ਬਿਰਤੀਆਂ ਸੰਸਾਰ ਦੀਆਂ, ਇੱਕ ਅਸਲੀ ਅਤੇ ਇੱਕ ਨਕਲੀ, ਇੱਕ ਸੱਚਾ ਅਤੇ ਇੱਕ ਝੂਠਾ। ਹੁਣ ਇਹ ਸਾਰੇ ਇਹ ਤਬਕੇ ਆ ਜਿਹੜੇ, ਇਹ ਸਾਰੇ ਥਾਵਾਂ 'ਤੇ ਹੀ ਮਿਲਦੇ ਆ। ਜਿਵੇਂ ਮੰਨ ਲਓ ਪੁਲਿਸ ਆ, ਪੁਲਿਸ ਦੇ ਵਿੱਚ ਠੀਕ ਆ ਜ਼ਿਆਦਾਤਰ ਮਾੜੇ ਹੋਣਗੇ, ਪਰ ਕੁਝ ਚੰਗੇ ਵੀ ਹੁੰਦੇ ਆ। ਇਦੋਂ ਉਲਟਾ ਧਾਰਮਿਕ ਖੇਤਰ 'ਚ ਵੀ ਇਵੇਂ ਹੀ ਆ। ਠੀਕ ਆ, ਥੋੜ੍ਹੇ ਬਹੁਤੇ ਹੋਣਗੇ ਚੰਗੇ, ਪਰ ਜ਼ਿਆਦਾਤਰ ਇਹ ਨਕਲੀ ਧਰਮੀ ਜਿਹੜਾ ਜ਼ਿਆਦਾ ਪ੍ਰਫੁੱਲਤ ਹੋਇਆ ਦੁਨੀਆ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ ਹੀ। ਇਹਦੇ 'ਚ ਹੀ ਕਲਕਲ ਆ, ਇਹਦੇ 'ਚ ਹੀ ਲੜਾਈਆਂ ਝਗੜੇ, ਸਾਰਾ ਕੁਛ ਇਸੇ ਦੇ ਵਿੱਚ ਹੀ ਹੈ। ਇਹ ਹੁਣ ਹਰ ਇੱਕ ਬੰਦੇ 'ਤੇ ਢੁੱਕਦੀ ਹੈ। ਜੇ ਇੱਕ ਆਪਾਂ ਹਿੰਦੂ ਧਰਮ 'ਤੇ ਲਾਈਏ, ਉਹਦੇ 'ਚ ਵੀ ਚੰਗੇ ਵੀ ਹੈਗੇ ਆ ਅਤੇ ਮਾੜੇ ਵੀ ਹੈਗੇ ਆ। ਜੇ ਮੁਸਲਮਾਨ ਧਰਮ 'ਤੇ ਲਾਈਏ, ਇਹਦੇ 'ਚ ਵੀ ਚੰਗੇ ਵੀ ਹੈਗੇ ਆ, ਮਾੜੇ ਵੀ ਹੈਗੇ ਆ। ਬੁੱਧ ਧਰਮ 'ਚ, ਜੈਨ ਧਰਮ 'ਚ, ਭਾਵ ਕਿ ਸਾਰੀ ਦੁਨੀਆ ਦੇ ਵਿੱਚ ਚੰਗੇ ਵੀ ਆ, ਮਾੜੇ ਵੀ ਆ। ਇਸੇ ਤਰ੍ਹਾਂ ਸਾਡੇ ਸਿੱਖਾਂ ਦੇ ਵਿੱਚ ਚੰਗੇ ਵੀ ਆ ਅਤੇ ਮਾੜੇ ਵੀ ਆ, ਅਸਲ ਵੀ ਆ ਅਤੇ ਨਕਲ ਵੀ ਆ। ਨਕਲ ਦਾ ਜਿਹੜਾ ਹੈ ਉਹ ਮਾਇਆ ਦੇ ਪ੍ਰਭਾਵ 'ਚ ਫਸੇ ਹੋਏ ਆ। ਜਿਹੜੇ ਅਸਲ ਆ ਉਹ ਗੁਰੂ ਨਾਲ ਜੁੜ ਕੇ ਨਿਕਲ ਗਏ ਹੁੰਦੇ ਆ, ਉਹਨਾਂ ਨਾਲ ਅਸੀਂ ਜੁੜਨਾ। ਭਾਵ ਖੁਦ ਬਾਣੀ ਪੜ੍ਹੋ, ਬਾਣੀ ਨੂੰ ਵਿਚਾਰੋ, ਬਾਣੀ ਨੂੰ ਸਮਝੋ। ਪਹਿਲਾਂ ਤਾਂ ਖੁਦ ਦਾ ਕੰਮ ਕਰਨ ਵਾਲਾ, ਅਤੇ ਦੂਜਾ ਸੰਗ ਅਸੀਂ ਉਹਨਾਂ ਦਾ ਕਰਨਾ ਜੋ ਸਾਨੂੰ ਗੁਰਬਾਣੀ ਨਾਲ ਜੋੜਦੇ ਆ ਭਾਈ, ਤਾਂ ਸਾਡਾ ਜਿਹੜਾ ਪਾਰ ਉਤਾਰਾ ਹੋ ਸਕਦਾ। ਸੋ ਇੱਥੋਂ ਤੱਕ ਆਪਾਂ ਹੁਣ ਇਹ ਸਮਝ ਲਿਆ। ਹੁਣ ਸਮਝਾਂਗੇ ਆਪਾਂ ਵੀ ਸ਼ਬਦ ਦੇ ਰਾਹੀਂ ਗੁਰੂ ਪਿਤਾ ਜੀ ਕੀ ਗਿਆਨ ਬਖਸ਼ਿਸ਼ ਕਰ ਰਹੇ ਆ। ਪਹਿਲਾਂ ਤਾਂ ਆਪਾਂ ਨੂੰ ਮੁੱਢ 'ਚ ਗੱਲਾਂ ਇਹ ਸਮਝਣੀਆਂ ਥੋੜ੍ਹੀਆਂ ਹਰ ਰੋਜ਼ 5-10 ਮਿੰਟ ਆਪਾਂ, ਤਾਂ ਕਿ ਅਸੀਂ ਇਹ ਸੱਚਾ ਗਿਆਨ ਲੈ ਕੇ ਆਪਣਾ ਭਲਾ ਕਰ ਸਕੀਏ। ਬਾਕੀ ਦੂਜੀ ਗੱਲ ਇਹ ਹੈ ਵੀ ਹਰ ਬੰਦੇ ਨੂੰ, ਸੁਣਨ ਵਾਲੇ ਨੂੰ ਪਤਾ ਲੱਗਣਾ ਚਾਹੀਦਾ ਵੀ 1 ਮਹੀਨੇ ਵਿੱਚ ਮੇਰਾ ਫਰਕ ਪਿਆ ਕਿ ਨਹੀਂ ਪਿਆ। ਨਹੀਂ, ਆਪਾਂ ਬਦਲ ਸਕਦੇ ਹਾਂ ਵੀ ਇਸ ਚੀਜ਼ ਨਾਲ ਜਿਹੜਾ ਇਸ ਤਰ੍ਹਾਂ ਦੇ ਨਾਲ ਫਰਕ ਨਹੀਂ ਪੈਂਦਾ, ਪਰ ਪਵੇਗਾ। ਇਹ ਸਭ ਤੋਂ ਉੱਪਰਲੀ ਚੀਜ਼ ਆ, ਸਾਰਿਆਂ ਤੋਂ ਵੱਡੀ ਚੀਜ਼ ਆ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਆਓ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਜੋ ਅੱਜ ਆਪਾਂ ਸ਼ਬਦ ਵਿਚਾਰਨ ਜਾ ਰਹੇ ਹਾਂ, ਵਿਚਾਰ ਕਰਨ ਜਾ ਰਹੇ ਹਾਂ, ਇਹ ਪਵਿੱਤਰ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 676 ਅੰਗ ਦੇ ਉੱਪਰ ਸੁਭਾਇਮਾਨ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਤਨਾਸਰੀ ਮਹੱਲਾ ਪੰਜਵਾ। ਘਰ ਦੂਜਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਪਿਆਰਿਓ, ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਤ, ਸ਼ਾਂਤੀ ਦੇ ਪੁੰਜ, ਉਹਨਾਂ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ। ਘਰ ਦੂਜਾ, ਕੀਰਤਨ ਕਰਨ ਦੀ ਤਗੀ ਦੂਜੇ ਘਰ ਵਿੱਚ ਕੀਤੀ ਜਾ ਰਹੀ ਹੈ। ਚੌਪਦੇ, 4-4 ਪਦਿਆਂ ਵਾਲੇ ਸ਼ਬਦ ਦਾ ਕੌਣ ਕਹਿੰਦੇ ਗੁਰੂ ਬੋਲਦੇ ਨਹੀਂ। ਗੁਰੂ ਦੇ ਨਾਲ ਗੱਲਾਂ ਤਾਂ ਕਰੀਏ, ਗੁਰੂ ਦੇ ਕੋਲ ਬੈਠੀਏ ਤਾਂ ਸਹੀ। ਗੁਰੂ ਤਾਂ ਕਿੰਨੇ ਢੰਗ ਨਾਲ ਬੋਲ ਸਮਝਾਉਂਦੇ ਆ ਭਾਈ। ਆ ਜਿਹੜਾ ਸ਼ਬਦ ਆ ਰਿਹਾ, ਇਹ ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਕੀਤਾ ਹੋਇਆ। ਦੂਜੇ ਘਰ ਵਿੱਚ ਇਹਦਾ ਕੀਰਤਨ ਕਰਨਾ, 4 ਪਦਿਆਂ ਵਾਲਾ ਸ਼ਬਦ ਆ। ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਹੈ, ਗੁਰਬਾਣੀ ਦੀ ਸਮਝ ਤਾਂ ਲੱਗੂ ਜੇ ਇੱਕ ਓੰਕਾਰ ਨੂੰ ਧਿਆਨ ਦੇ ਵਿੱਚ ਰੱਖਾਂਗੇ। ਜੇ ਉਹਨੂੰ ਰੱਬ ਨੂੰ ਬੰਦਾ ਸਮਝ ਲਿਆ, ਫਿਰ ਨਕਲੀ ਧਰਮੀ ਬਣ ਜਾਵਾਂਗੇ, ਬਾਹਰਲੀ ਪੂਜਾ ਹੋ ਜੂਗੀ। ਉਹ ਬੰਦਾ ਨਹੀਂ ਹੈ,
वो सुप्रीम पावर आ। ते जे वो बंदा नहीं है सुप्रीम पावर आ तो फिर वो दुनिया दीयां चीज़ां दे नाल खुश भी नहीं हो सकता। ये गल नूं ध्यान दे विच रखना कि वो जिहड़े परमात्मा तो साडे विछोड़ा पिया होया टुटे होए वो परमात्मा की आ, वो एक ओंकार आ, एक रस व्यापक आ, उहदे पक्के असूल आ, कानून आ। वो कानूनां दे मुताबिक असीं चलना। किसी भी देश दे असीं वासी आ तां वो कानून दे मुताबिक चलांगे। ਵੱਖਰੇ ਵੱਖਰੇ देशों के ਵੱਖਰੇ ਵੱਖਰੇ कानून आ। हुण इत्थे अपने इंडिया च रुपये चलते एयरपोर्ट पर जाके खत्म हो जाते, अगां डॉलर चलते रुपये लई फिरो जिन्ने मर्जी चलने ही नहीं। जिथे सज्जे चलते खब्बे चल के देख लो एक्सीडेंट। ये सारे कानूनां दे मुताबिक असूलां दे मुताबिक सारा कुछ चल रहा हुंदा, उही सुखी रहिंदा जिहड़ा कानूनां दे मुताबिक चलदा। ते वो परमात्मा अकाल पुरख वाहिगुरू दे भी कुछ कानून आ, ਉਹਦੇ भी भाणा, ਉਹਦੇ भी हुक्म आ। वो सारे कानून गुरबाणी दे राही समझाए गए आ। जे किते असली ढंग नाल असी सही ढंग नाल गुरबाणी नाल जुड़ जाइए, वो कानूनां नूं समझ के असी आनंदित जीवन बतीत करके जावांगे। सानू कोई फिक्र नहीं, डर नहीं। जे कानून भंग करांगे पुलिस का डर आ, जे रब दे कानून भंग करांगे जमा का डर आ। जमा की पुलिस उहदी रखी हुई है भाई। ये गल ध्यान दे विच रखनी आ। एक ओंकार वो परमात्मा एक रस व्यापक है। सतगुर प्रसाद गुरु की किरपा नाल, सतगुरु की किरपा दे नाल जिहड़े हुण प्रसाद उन्हां नूं मिलदा जिहड़े आके बैठदे आ सुणदे आ। वो बाहरला प्रसाद तां बाहर तक ही रह जांदा। वो भी साडा जिहड़ा है उहदे विच भी बड़ा ज्ञान आ भी किणका 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 सारिआं नूं देना, जिहड़े बैठे आ बराबर देना। इसे तरह ये गुर प्रसाद आ, ज्ञान का प्रसाद आ, जिहड़ा ये ज्ञान का लंगर आ, जिहड़ा आत्मक भोजन आ। एक बाहरों भोजन छकदे आ असीं, वो तां साडी वडियाई सारी दुनिया दे विच आ बई सिखां दे लंगर मशहूर आ, बहुत वधिया गल आ। बाबे नानक दा 20 रुपए का लंगर हले तक नहीं मुक्या। पर अंदरला लंगर जिहड़ा शब्द का लंगर आ, ये तो उदों कई गुणा ज़्यादा चलना चाहिए। गुरमुख प्यारिओ शब्द दे नाल जुड़िए, गुरबाणी दे नाल जुड़िए। सतगुर प्रसाद सतगुरां दी किरपा दे नाल परमात्मा नूं असीं अंदरों ही जाण सकदे हां। छोड़ जाहे से करह पराल, काम न आवै से जंजाल। संग न चालह तिन स्यों हीत, जो बैराई से ही मीत। ऐसे परम भूले संसारा, जन्म पदार्थ खोए गवारा। रहाओ रहाओ दी पंक्ति गुरमुख प्यारिओ सेंट्रल आइडिया हुंदी है। रहाओ दी पंक्ति दे आले दुआले शब्द ने घूमना हुंदा। बड़ी बड़ी तकनीकां, बड़ा आनंद आउंदा। जे किते गुरबाणी की खोज वाल नूं साडा मन लग जावे ना, जिंदगी आनंदित बन जूगी। इन्नी वधिया ढंग दे नाल गुरबाणी की रचना गुरु पातशाह ने कीती हुई है। ऐसे भरम भूले संसारा। भाई सुनो अज दा ज्ञान की है। संसार सारा भरमां भुलेखियां दे विच पिया होया। जन्म पदार्थ खोए गवारा। मूर्ख संसार अपने जन्म का पदार्थ, सतगुर कह जन्म है गगन मटाया वाला, वो पदार्थ खो गया। क्यों? क्योंकि बाहरले कम्मां दे विच फस गया। बाहरले कम्मां च क्यों फसिया? क्योंकि गुरु नाल नहीं जुड़िया, गुरबाणी नाल नहीं जुड़िया। गुरबाणी नूं मत्था टेक के मुड़दा रहा। जिहड़ी पिछों आवाज़ मारदे गुरु ग्रंथ साहब जी, जदों मत्था टेक के बंदा मुड़दा ना सिख, उहनूं एक आवाज़ पैंदी है। जिद्दे असीं वो सुणन लग गए ना, वो किहड़ी आवाज़ आ, उत्थे फिर गुरु कहंदे आ, गुरु ग्रंथ साहब सच्चे पातशाह हाज़र नाज़र आ ना, फिर हाज़र नाज़र ही बोलते आ भी काश किते वो मायाधारी अत अन्ना बोला शब्द ना सुने, बहुत राम घचोले दे विच निकल जाती है। वो आवाज़ वो सुनदा नहीं। जे किते मनुख सुन लवे वो की है, आवाज़ की है। गुरु जी की कहंदे आ, सतगुर नो सब को देखदा, जेता जगत संसार। डिठे मुक्त ना हो बई, जिचर शब्द ना करह विचार। इत्थों भुलेखा भाई पिया होया।
ਗੁਰੂ ਦੇ ਨਾਲ ਜੁੜੇ ਨਹੀਂ, ਸੱਚ ਦੀ ਵਿਚਾਰ ਨਾਲ ਜੁੜੇ ਨਹੀਂ, ਸੱਚ ਦੀ ਸੰਗਤ ਕੀਤੀ ਨਹੀਂ, ਫਿਰ ਹੁੰਦਾ ਕੀ ਆ, ਹੋਇਆ ਕੀ ਆ ਬਈ ਜਿਹੜੇ ਨਹੀਂ ਕਰਦੇ, ਜਿਹੜੇ ਤਾਂ ਸੱਚ ਜਿਹੜੇ ਦੇਖੋ ਜੀ, ਜੇ ਤਾਂ ਗੁਰੂ ਨਾਲ ਜੁੜ ਗਏ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਬਾਹਰ, ਫਿਰ ਤਾਂ ਪਹੁੰਚ ਗਏ, ਪਰਮਾਤਮਾ ਨਾਲ ਜੁੜ ਗਏ ਜੇ ਗੁਰੂ ਨਾਲ ਜੁੜ ਗਏ। ਜੇ ਗੁਰੂ ਨਾਲ ਨਹੀਂ ਜੁੜੇ, ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ, ਨਾਲੇ ਆਪ ਮਾਇਆ 'ਚ ਬੰਦਾ ਫਸਦਾ ਤੇ ਨਾਲੇ ਉਹਦੇ ਚੇਲੇ ਚਪਟੇ ਆ, ਉਹ ਵੀ ਤਿੰਨਾਂ ਗੁਣਾਂ ਦੇ ਵਿੱਚ ਹੀ ਫਸ ਕੇ ਰਹਿ ਜਾਂਦੇ ਆ। ਉਹ ਸੱਚ ਸੁਣ ਨਹੀਂ ਸਕਦੇ, ਮਜਬੂਰੀ ਬਣ ਜਾਂਦੀ ਹੈ। ਫਿਰ ਉਹ ਆਏ ਆ ਝੂਠ ਸੁਣ ਸੁਣ ਕੇ ਉਹ ਮਨ ਐਸਾ ਬਣ ਜਾਂਦਾ, ਜਦੋਂ ਸੱਚ ਆਏ ਆਉਂਦਾ ਵੀ ਹੈਂ, ਉਹ ਕੁਛ ਹਉਮੈ ਨਹੀਂ ਸੁਣਨ ਦਿੰਦੀ, ਜਿਹੜੀ ਅੰਦਰੋਂ ਲੈ ਮੈਂ ਤਾਂ ਬਹੁਤ ਵੱਡਾ ਧਰਮੀ ਆ, ਮੈਂ ਤਾਂ ਆਏ ਆ, ਮੈਂ ਤਾਂ ਜਾਉਂ ਆ, ਫਲਾਨਾ ਆਏ ਕਿਵੇਂ ਹੋ ਗਿਆ, ਇੰਨੇ ਲੋਕ ਆਏ ਆ, ਫਲਾਨਾ ਉਹ ਤਾਂ ਕਿ ਮਹਾਰਾਜ ਤਾਂ ਕਹਿੰਦੇ ਸਾਰਾ ਹੀ ਸੰਸਾਰ ਉਹ ਜਿਹੜਾ ਗੁਰੂ ਨਾਲ ਜੁੜ ਗਿਆ ਉਹ ਸਹੀ ਹੈ ਭਾਈ। ਭਰਮਾਂ ਭੁਲੇਖਿਆਂ ਦੇ ਵਿੱਚ ਪਿਆ ਹੋਇਆ ਗੁਰੂ ਦੇ ਗਿਆਨ ਤੋਂ ਬਿਨਾਂ, ਤੇ ਫਿਰ ਹੁੰਦਾ ਕੀ ਹੈ ਦੇਖ ਲਓ ਭਾਈ, ਕਿਤੇ ਆਪਣੇ ਨਾਲ ਤਾਂ ਨਹੀਂ ਹੋ ਰਿਹਾ। ਛੋੜ ਜਾਹੇ ਸੇ ਕਰਹਿ ਪਰਾਲ, ਜਿਹੜਾ ਮਨੁੱਖ ਗੁਰੂ ਦਾ ਗਿਆਨ ਨਹੀਂ ਲੈਂਦਾ, ਆਤਮਿਕ ਗਿਆਨੀ ਨਹੀਂ ਹੁੰਦਾ, ਨਾਮ ਵੱਲ ਨਹੀਂ ਚੱਲਦਾ, ਉਹ ਸਾਰੇ ਸਰੀਰਕ ਕੰਮ ਕਰਦਾ। ਸਰੀਰਕ ਕੰਮ ਆ ਸਾਰੇ ਕਰਮ ਕਾਂਡ ਆ। ਜਦੋਂ ਸਰੀਰ ਹੀ ਛੱਡ ਜਾਣਾ ਤੇ ਸਰੀਰਕ ਕੰਮ ਵੀ ਸਾਰੇ ਛੱਡ ਜਾਣੇ। ਉਹ ਅੰਦਰ ਜਾ ਹੀ ਨਹੀਂ ਸਕਦਾ, ਬਾਹਰ ਫਸਿਆ ਤਿੰਨਾਂ ਗੁਣਾਂ ਦੇ ਵਿੱਚ ਰਹਿੰਦਾ। ਇੱਕ ਛੋਟਾ ਮਾਤਾ ਦਾ ਗਰਭ ਆ, ਇੱਕ ਵੱਡਾ ਮਾਇਆ ਦਾ ਗਰਭ ਆ। ਮਾਤਾ ਦੇ ਗਰਭ 'ਚੋਂ ਨਿਕਲ ਕੇ ਮਾਇਆ ਦੇ ਗਰਭ 'ਚ ਫਸ ਗਿਆ। ਗੁਰੂ ਦੇ ਗਿਆਨ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰਪ੍ਰਸਾਦ ਤੋਂ ਬਿਨਾਂ ਬੰਦਾ ਨਹੀਂ ਨਿਕਲ ਸਕਦਾ, ਜਿੰਨੀਆਂ ਮਰਜ਼ੀ ਟੱਕਰਾਂ ਮਾਰੀ ਜਾਵੇ। ਤੇ ਹੁੰਦੀ ਕੀ ਹੈ, ਛੋੜ ਜਾਹੇ ਸੇ ਕਰੈ ਪਰਾਲ, ਜਿਹੜੀ ਮਾਇਆ, ਜਿਹੜੇ ਪਦਾਰਥ, ਜਿਹੜਾ ਮਟੀਰੀਅਲ ਵਰਡ ਸਾਰਾ ਕੁਝ ਛੱਡ ਕੇ ਚਲਿਆ ਜਾਣਾ। ਮਨੁੱਖ ਸਾਰੀ ਉਮਰ ਉਧਰਲੇ ਕੰਮ ਕਰਦਾ ਰਹਿੰਦਾ, ਪਰਾਲੀਓ ਹੀ ਇਕੱਠੀ ਕਰਦਾ ਰਹਿੰਦਾ, ਅਸਲ ਜਿਹੜੀ ਅਸਲ ਚੀਜ਼ ਆ ਉਹਦੇ ਤੱਕ ਨਹੀਂ ਪਹੁੰਚ ਸਕਦਾ। ਕਾਮਨਾ ਆਵਹਿ ਸੇ ਜੰਜਾਲ, ਤੇ ਫਿਰ ਬੁਰਾਈਆਂ ਦੇ ਵਿੱਚ ਫਸ ਕੇ ਮਾਇਆ ਇਕੱਠੀ ਕਰਦਾ। ਬੰਦਾ ਕਹਿੰਦਾ ਮੈਂ ਬਹੁਤ ਕਾਮਯਾਬ ਹੋ ਗਿਆ, ਮੈਂ ਐਡੇ ਬੱਚੇ ਐਂ ਕਰ ਲਏ, ਕਾਰਾਂ ਕੋਠੀਆਂ ਬਣਾ ਲਈਆਂ, ਸਾਰਾ ਕੁਝ ਬਣਾ ਲਿਆ, ਇੰਨੀ ਮਾਇਆ ਕਮਾ ਲਈ, ਐਂ ਕਰ ਲਿਆ। ਪਰ ਜੇ ਕਿਤੇ ਅੰਦਰ ਨੂੰ ਝਾਤੀ ਮਾਰ ਲਵੇ ਵੀ ਕਿਵੇਂ ਕਮਾਈ ਹੈ, ਜੇ ਕਿਤੇ ਮਨੁੱਖ ਅੰਦਰ ਨੂੰ ਚਲਿਆ ਜਾਵੇ ਵੀ ਕਿਵੇਂ ਕਮਾਈ ਆ, ਕਿਤੇ ਮੈਨੂੰ ਜੰਜਾਲ ਤਾਂ ਨਹੀਂ ਪੈ ਗਏ ਇਸ ਮਾਇਆ ਦੇ ਨਾਲ, ਕੋਠੀਆਂ ਕਾਰਾਂ ਪੁੱਤਾਂ ਧੀਆਂ ਵਾਸਤੇ ਬਣਾਤਾ, ਕਿਤੇ ਇਹ ਤਾਂ ਨਹੀਂ ਮੇਰੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਹੁਣ ਆਤਮਿਕ ਤੌਰ 'ਤੇ ਫਸ ਗਈਆਂ। ਇੱਧਰ ਧਿਆਨ ਰੱਖਣਾ। ਸਿਆਣੇ ਕਹਿੰਦੇ ਜੇ ਪਹਿਲੀ ਵਾਰੀ ਜੂਲਾ ਨਾ ਬੰਦੇ ਨੂੰ ਹਰਨਾ ਚਾਹੀਦਾ, ਕਦੇ ਵੀ ਜਿੱਤਣਾ ਨਹੀਂ ਚਾਹੀਦਾ। ਜੇ ਇੱਕ ਵਾਰੀ ਜੂਲਾ ਜਿੱਤ ਗਿਆ ਨਾ, ਫਸ ਗਿਆ। ਜੇ ਇੱਕ ਵਾਰੀ ਹਾਰ ਗਿਆ ਤੇ ਸਮਝ ਲਓ ਸ਼ਾਇਦ ਉਹ ਹਟ ਜੂਗਾ, ਦੁਬਾਰੇ ਨਾ ਖੇਡੇ। ਇਸੇ ਤਰ੍ਹਾਂ ਅਸੀਂ ਫਸਦੇ ਹਾਂ। ਕਾਮਨਾ ਆਵਹਿ ਸੇ ਜੰਜਾਲ, ਜਿਹੜੇ ਕੁਛ ਕਮਾਇਆ ਬੁਰਾਈਆਂ ਕਰ ਕਰਕੇ, ਉਹ ਜੰਜਾਲ ਤਾਂ ਨਹੀਂ ਬਣਿਆ ਪਿਆ, ਕਿਤੇ ਅੰਦਰ ਤਾਂ ਨਹੀਂ ਜੰਜਾਲ ਪਿਆ, ਅੰਦਰੋਂ ਤਾਂ ਨਹੀਂ ਕਿਤੇ ਆਤਮਾ ਜਕੜੀ ਗਈ। ਬਾਹਰਲਾ ਤਾਂ ਸਾਰਾ ਕੁਝ ਕਰ ਲਿਆ ਤੇ ਅੰਦਰ ਕੀ ਹਾਲ ਹੋਇਆ ਪਿਆ, ਅੰਦਰਲੇ ਜੰਜਾਲ ਬਾਰੇ ਸੋਚ ਭਾਈ। ਸੰਗ ਨਾ ਚਾਲਹਿ ਤਿੰਨ ਸਿਉ ਹੀਤ, ਹੁਣ ਜਿਹੜੀ ਚੀਜ਼ ਸੰਗ ਨਹੀਂ ਜਾਣੀ ਉਹਦੇ ਨਾਲ ਹੀਤ ਕਰੀ ਫਿਰਦਾ, ਉਹਦੇ ਨਾਲ ਪ੍ਰੇਮ ਪਾਈ ਬੈਠਾ, ਭਾਵ ਕਿ ਸਰੀਰ ਨਾਲ ਪ੍ਰੇਮ ਪਾ ਲਿਆ। ਸਰੀਰ ਤੋਂ ਬਾਅਦ ਸੰਸਾਰੀ ਕੰਮਾਂ ਦੇ ਨਾਲ, ਸਾਰਿਆਂ ਦੇ ਨਾਲ, ਤੇ ਪਰਮਾਤਮਾ ਵੱਲੋਂ ਟੁੱਟ ਗਿਆ। ਜੋ ਬਹਿਰਾਈ ਸੇ ਮੀਤ, ਨਿਸ਼ਾਨੀ ਕੀ ਹੈ ਭਾਈ, ਜਿਹੜੇ ਬੁਰੇ ਲੋਕ ਹੋਣਗੇ ਉਹਦੇ ਮਿੱਤਰ ਹੋਣਗੇ। ਜਿਹੜੀ ਬੁਰਾਈ ਹੈ ਨਾ, ਬੁਰਾਈਆਂ ਨੂੰ ਮਿੱਤਰ ਬਣਾ ਲਿਆ। ਮੇਰੇ ਮਨ ਨੇ ਚੰਗਿਆਈਆਂ ਛੱਡ ਦਿੱਤੀਆਂ, ਸ਼ੁਭ ਗੁਣ ਜਿਹੜੇ ਉਹ ਛੱਡ ਦਿੱਤੇ, ਉਹ ਗਲ ਗਏ, ਉਹ ਖਤਮ ਹੋ ਗਏ, ਤੇ ਬੁਰਾਈਆਂ ਵਾਲੇ ਪਾਸੇ ਨੂੰ ਮਨ ਲੱਗ ਗਿਆ। ਕਿਉਂ ਹੋਇਆ? ਕਿਉਂਕਿ ਗੁਰੂ ਦਾ ਗਿਆਨ ਨਹੀਂ ਲਿਆ। ਇਹ ਹੋਇਆ, ਇਹਦੇ ਵਿੱਚ ਅਸੀਂ ਵੀ ਹਾਂ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ, ਰਹਾਓ ਸਾਚ ਧਰਮ ਨਹੀਂ ਭਾਵੈ ਡੀਠਾ। ਸਾਚ ਧਰਮ, ਮਹਾਰਾਜ ਧਰਮ ਵੀ ਦੋ ਪ੍ਰਕਾਰ ਦੇ ਹੁੰਦੇ ਆ। ਇਹਦਾ ਮਤਲਬ ਝੂਠਾ ਧਰਮ ਵੀ ਹੁੰਦਾ, ਝੂਠੇ ਧਰਮੀ ਵੀ ਹੁੰਦੇ ਆ। ਹਾਂ, ਇਹੀ ਤਾਂ ਸਮਝਣ ਵਾਲੀ ਗੱਲ ਆ। ਇੱਕ ਆ ਸੱਚਾ ਧਰਮ ਤੇ ਇੱਕ ਆ ਝੂਠਾ ਧਰਮ, ਮਾਇਆ ਦੇ ਵਿੱਚ ਫਸੇ ਹੋਏ ਲੋਕ। ਇੱਕ ਆ ਮਾਇਆ ਤੋਂ ਉੱਪਰ ਸੱਚੇ ਧਰਮ ਵੱਲ, ਪਰਮਾਤਮਾ ਵੱਲ ਚੱਲੇ ਹੋਏ। ਸਾਚ ਧਰਮ ਨਹੀਂ ਭਾਵੈ ਡੀਠਾ। ਹੁਣ ਉਹ ਸੱਚ ਨੂੰ, ਸੱਚੀ ਗੁਰਬਾਣੀ ਨੂੰ ਤੇ ਸੱਚੀ ਗੁਰਬਾਣੀ ਦੀ ਗੱਲ ਸੁਣਾਉਣ ਵਾਲਿਆਂ ਨੂੰ ਦੇਖ ਕੇ ਵੀ ਰਾਜੀ ਨਹੀਂ ਉਹ ਮਨੁੱਖ ਜਿਹੜਾ ਮਾਇਆ ਦੇ ਵਿੱਚ ਫਸ ਚੁੱਕਿਆ। ਉਹਦੀ ਨਿਸ਼ਾਨੀ ਇਹ ਹੈ ਭਾਈ, ਸਾਚ ਧਰਮ ਨਹੀਂ ਭਾਵੈ ਡੀਠਾ।
ਹੁਣ ਉਹ ਦੇਖਣਾ ही नहीं पाਉਂदा, उधरले पासे ਨੂੰ ਚੱਲ ही नहीं सकदा। क्यों जी? झूठ धोह स्यों रचियो मीठा। गुरु दे ज्ञान तो बिना झूठ कबीरा, जहाँ ज्ञान तह धर्म है, जहाँ झूठ तह पाप। जिथे तां ज्ञान आ उत्थे धर्म आ, ते नहीं तां झूठ आ, झूठ दा करके पाप हो रहे आ। पापां दे विच लोक, झूठे धर्म दे विच पाप हुंदे आ, पापां दे विच लोक फस रहे आ। आपदे जाने धर्मी मन्नी बैठा आपदे आप नूं, महाराज कहंदे फसिया बैठा। देखो उल्ट, बिल्कुल उल्ट होना। साच धर्म नहीं भावै डीठा, झूठ धोह स्यों रचियो मीठा। ये मायावादी संसार दे विच, मायावादी विचारां दे विच धर्म नूं भी माया दे नाल तोलता, शब्द नूं भी माया दे नाल तोलता। शब्द ने तां माया चों कढना सी। इस तरह मन अग्यानी होण करके इधरले पासे फस गया। होर की है जी अगे? दात प्यारी विसरिया दातारा। उन्हां नूं जो गुरु नाल ना जुड़नगे, ये साडे नाल भी हो सकदा। असीं अपने आप ते चेक करना है। ये जिहड़ी गुरबाणी है चेक करा दिंदी है बंदे नूं भी किते आ तां नहीं। दात प्यारी विसरिया दातारा। उन्हां लोकां नूं दातार भुल जांदा जिहड़े गुरु नाल नहीं जुड़दे। वो दिसदे वल नूं लग पैंदे आ, बाहरली शो ऑफ करदे आ। जे सो चंदा उगवै सूरज चढ़े, हज़ार इत्ते चानण होंदे आ। गुरबिन घोर अंधार। अंदरों हनेरा हुंदा, वो बाहरों लाइटां लूटां ला के बाहरों शो ऑफ बहुत करते हैं भाई, क्योंकि वो दातां दे नाल जुड़ चुके हुंदे आ। ते दातार आ जिहड़ा दातां देण वाला परमात्मा, उहनूं विसर चुक्या मनुख। जाने ना ही मरण विचारा, पर आपदे जाने तां वो धर्म दे विचों कमाई करी जांदा। धर्म दे विचों ऐ करदा मैं एडा हो गया, ऐ वड्डा बन गया, जां बुरे कंमां च। पर अखीर दे विच ऐ नहीं समझदा भी ये तो मैं अंदरों बन्निया जा रहा, अंदरों जूड़ पै रहा, रस्सी मेरी माया दी कसी जा रही है, ये नहीं टुटनी। जाना ना ही मरण विचारा। विचारा कहंदा मरण तो पिछों होना की है। हुण दातां दे विच फस चुक्या, दातां दे विच फस के दातार नूं भुल चुक्या। ते हुण विचारे ना देखो की हो रही है, मरण वो भुल गया। बस्त पराई को उठ रोवै। पराई वस्तु नूं जिहड़ी पराई हो जाण वाली आ उत्थे कब्जे करदा जा के, उधर नूं उठदा धौंदा। सारा शरीर भी पराया, इत्थों ही शुरू हुंदी है सारी गल। माया सारी हुंदी है पराया। जिहड़ी पराई चीज़ आ हक पराया नानका, उस सूअर उस गाय। बाबा जी ने पहले ही कहता सी धर्मिया तेरे वास्ते पराया हक आ, उधरले वास्ते सूर खाण दे बराबर आ, ते उहदे वास्ते गां खाण दे बराबर आ। हक पराया, अपने हक ते खड़ना। ते नहीं तां फिर बस्त पराई को उठ धावै। वह भी मैनूं मिल जे, वह भी मिल जावे। हक किसे दा, गल किसे दी, वस्तु किसे दी, सारा कुछ उत्ते उधर नूं भाईदा। फिर भाई मनमुखता करके कर्म धर्म सगला ही खोवै। महाराज कहंदे आपदे जाने तक कब्जा करके बह गया, सारा कुछ हो गया, जुंडली बना ली, सारा कुछ हो गया, पर अंदरों खत्म। कई बारी इन्नी उचाई ते ना चढ़ो। कई बारी बाहरों अस्तबाजी वांगू ना बंदा चढ़ जाता तां ते पर अंदरों सुआह हो जाता, अंदरों खाली हो जाता। दो चीज़ां विकास ते विगास, अंदरला ते बाहरला बराबर होना चाहिए। नहीं बाहरलियां चढ़ाइयां कुछ नहीं जे अंदरों खाली हैं। कर्म धर्म सगला ही खोवै। सारा कुछ खो गया, कर्म धर्म छड़ दिता। हुण केवल मुख काम की बन गया? माया। हुक्म ना बूझै आपन जाने। हुण इत्थे तक तो पहुँचे ही नहीं। हुक्म ना बूझै, हुक्म नूं जाणदा ही नहीं, हुक्मी नूं नहीं जाणिया, परमात्मा नूं नहीं जाणिया। आपदे अंदरों हुक्म की हो रहा, अंदरों मेरे फिटकारां पै रहीआं, मनुख नूं नहीं जाणदा। आपन जाणै हुक्म ना बूझै। जे हुक्म मुताबक चलू, गुरु मुताबक चलू, गुरबाणी मुताबक चलू तां ये बच जू मनुख, चाहे मैं ही हाँ। गुरु तो बिना, हुक्म तो बिना नहीं भाई। पाप करे तां पछोताणे। इस तरह गुरु दे हुक्म तो बिना, गुरु दे ज्ञान तो बिना भाई मनुख पाप करदा
ਤੇ ਪੱਛੋ ਤਾਣੇ ਮਗਰੋਂ ਪਛਤਾਵਾ ਹੁੰਦਾ। ਅਖੀਰ ਦੇ ਵਿੱਚ ਪਛਤਾਉਂਦਾ ਹੀ ਬੰਦਾ, ਹੱਥ ਮਲਦਾ ਹੀ ਚਲਿਆ ਜਾਂਦਾ, ਸਮਾਂ ਲੰਘ ਜਾਂਦਾ। ਇਸ ਕਰਕੇ ਭਾਈ ਗੁਰਮੁਖ ਪਿਆਰਿਓ, ਗੁਰਬਾਣੀ ਆ ਨਾ ਜਿਹੜੀ, ਇਹ ਸਾਨੂੰ ਰਹਿੰਦੇ ਸਮੇਂ 'ਚ ਜਗਾਉਣਾ ਚਾਹੁੰਦੀ ਹੈ। ਤੇ ਗੁਰਮੁਖ ਪਿਆਰਿਆਂ ਦੇ ਕਈ ਵਾਰੀ ਬੋਲ ਆਪਾਂ ਨੂੰ ਲੱਗਦੇ ਆ ਵੀ ਕਿਵੇਂ ਬੋਲਦਾ, ਪਰ ਮੇਰੀ ਗੱਲ ਇਹ ਸੁਣਿਓ, ਉਹ ਬੋਲ ਕਰੜੇ ਨਹੀਂ ਹੁੰਦੇ। ਗੁਰਬਾਣੀ 'ਚ ਬਹੁਤ ਤੀਰ ਮਾਰੇ ਹੋਏ ਆ, ਉਹ ਤਿੱਖੇ ਬੋਲ ਹੁੰਦੇ ਆ। ਤਿੱਖੇ ਬੋਲ ਤਾਂ ਹੁੰਦੇ ਆ, ਮਾਇਆ ਦੇ ਵਿੱਚ ਸੁੱਤਾ ਪਿਆ ਮਨ ਕਾਸ਼ ਕਿਤੇ ਜਾਗ ਪਵੇ, ਆਪਣਾ ਆਪ ਸੰਭਾਲ ਲਈਏ। ਕਿਉਂਕਿ ਜਿਹੜੇ ਸਾਨੂੰ ਮਿੱਠੀਆਂ ਪੋਚੀਆਂ ਸੁਣਾਉਂਦੇ ਉਹ ਸਾਨੂੰ ਚੰਗੇ ਤਾਂ ਲੱਗਦੇ ਆ, ਪਰ ਮੰਨ ਲਓ ਕੈਂਸਰ ਹੋਇਆ, ਇੱਕ ਨੇ ਕਹਿਣਾ ਓਏ ਉੱਠ ਦਵਾਈ ਲੈ, ਘੋਲ ਨਾ ਕਰ, ਹੁਣੇ ਤੂੰ ਕਰ, ਆਪਦਾ ਇਲਾਜ ਕਰਾ ਲਾ, ਤੇ ਦੂਜੇ ਨੇ ਕਹਿਣਾ ਕੁਛ ਨਹੀਂ ਹੁੰਦਾ, ਠੀਕ ਹੈ, ਬਸ ਮੜੀ ਜਾਣਾ। ਹੁਣ ਖਤਰਨਾਕ ਕੌਣ ਆ, ਬਾਅਦ 'ਚ ਪਤਾ ਲੱਗੂਗਾ। ਸੋ ਇੱਥੇ ਵੀ ਗੁਰੂ ਪਾਤਸ਼ਾਹ ਸਮਝਾ ਰਹੇ ਨੇ, ਪਾਪ ਕਰੈ ਤਾਂ ਪੁੱਛੋ ਤਾਣ, ਜੋ ਤੁਧ ਭਾਵੈ ਸੋ ਪੁਰਬਾਨ। ਤੇ ਜਿਹੜਾ ਸਿੱਖ ਬਣ ਗਿਆ, ਜਿਹੜਾ ਧਰਮੀ ਬਣ ਗਿਆ, ਜਿਹੜਾ ਗੁਰੂ ਦੇ ਨਾਲ ਜੁੜ ਗਿਆ, ਉਹ ਕੀ ਕਹਿੰਦਾ, ਉਹ ਭਾਣੇ ਨੂੰ ਬਦਲਦਾ ਨਹੀਂ ਉਹਦੇ ਨੂੰ ਨਾ। ਉਹ ਕੀ ਕਹਿੰਦਾ, ਜੋ ਤੁਧ ਭਾਵੈ ਸੋ ਪ੍ਰਵਾਨ, ਜੋ ਕੀਤਾ ਸੋ ਵਾਵਾ, ਜੋ ਕਰ ਕਰਾ ਰਿਹਾ ਸੋ ਵਾਵਾ, ਤੇ ਜੋ ਕਰੇਗਾ ਸੋ ਵਾਵਾ। ਭਾਵ ਕਿ ਮਨਮੁਖ ਬੰਦੇ, ਅਗਿਆਨੀ ਬੰਦੇ ਉਹਨੂੰ ਬਦਲਣਾ ਚਾਹੁੰਦੇ ਆ, ਉਹਦੇ ਹੁਕਮ ਨੂੰ ਬਦਲਣਾ ਚਾਹੁੰਦੇ ਆ, ਤੇ ਪਰ ਜਿਹੜੇ ਗੁਰਸਿੱਖ ਬੰਦੇ ਆ ਉਹ ਉਹਦੇ ਹੁਕਮ 'ਚ ਚੱਲਣਾ ਚਾਹੁੰਦੇ ਆ। ਇੰਨਾ ਫਰਕ ਆ ਭਾਈ। ਜੋ ਤੁਧ ਭਾਵੈ ਸੋ ਪ੍ਰਵਾਨ, ਤੇਰੇ ਭਾਣੇ ਨੂੰ ਕੁਰਬਾਨ। ਇੱਕ ਸਿੱਖ ਦੀ ਅਵਸਥਾ ਕੀ ਹੈ, ਇੱਕ ਧਰਮੀ ਦੀ ਅਵਸਥਾ ਕੀ ਹੈ, ਜਿਹੜਾ ਧਰਮ ਦੇ ਨੇੜੇ ਹੋ ਗਿਆ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਤੇਰਾ ਭਾਣਾ। ਕੀ ਪਤਾ ਹੁਣ ਬੋਲਦੇ ਆ 10 ਮਿੰਟਾਂ ਨੂੰ ਬੋਲਤੀ ਹੀ ਬੰਦ ਹੋ ਜੇ। ਸਾਰਾ ਕੁਝ ਤੇਰੇ ਭਾਣੇ 'ਚ ਚੱਲ ਰਿਹਾ, ਇਹ ਸਵਾਸ ਵੀ ਤੇਰੇ ਭਾਣੇ 'ਚ ਆ ਰਹੇ ਆ, ਜੋ ਕੁਝ ਹੋ ਰਿਹਾ ਤੇਰੇ ਭਾਣੇ 'ਚ ਹੋ ਰਿਹਾ। ਬਸ ਤੈਤੋਂ ਬਲਿਹਾਰੇ ਜਾਣਾ ਬਣਦਾ, ਤੈਤੋਂ ਕੁਰਬਾਨ ਜਾਣਾ ਬਣਦਾ। ਨਾਨਕ ਗਰੀਬ ਬੰਦਾ ਜਨ ਤੇਰਾ। ਇੱਥੇ ਆ ਕੇ ਹਿਰਦੇ ਦੇ ਵਿੱਚ ਗਰੀਬੀ ਆ ਜਾਂਦੀ ਹੈ। ਜੇ ਗੁਰੂ ਮੂਹਰੇ ਨਹੀਂ ਬੰਦਾ ਅੜਦਾ, ਸਭ ਤੋਂ ਵੱਡਾ ਮਨੁੱਖ ਦਾ ਖਾਤਮੇ ਦਾ ਇਹ ਆ ਵੀ ਸੱਚ ਮੂਹਰੇ ਬੰਦਾ ਧੌਣ ਅਕੜਾ ਕੇ ਖੜ ਜਾਂਦਾ, ਜਾਂ ਗੁਰੂ ਗ੍ਰੰਥ ਸਾਹਿਬ ਮੂਹਰੇ ਅਕੜਦਾ। ਉੱਥੋਂ ਬੰਦੇ ਦਾ ਫਿਰ ਆਤਮਿਕ ਵਿਨਾਸ਼ ਸ਼ੁਰੂ ਹੋ ਜਾਂਦਾ, ਖਾਤਮਾ ਹੋਣਾ ਸ਼ੁਰੂ ਹੋ ਜਾਂਦਾ। ਕਿਉਂ? ਕਿਉਂਕਿ ਹਉਮੈ ਰਹਿੰਦੀ ਆ, ਹਉਮੈ ਦੇ ਵਿੱਚ ਬੁਰੇ ਕੰਮ ਕਰ ਕਰਕੇ ਖਤਮ ਹੋ ਜਾਂਦਾ। ਆਤਮਿਕ ਗਰੀਬੀ ਪ੍ਰਾਪਤ ਨਹੀਂ ਹੁੰਦੀ ਜਿੰਨਾ ਚਿਰ ਗੁਰੂ ਨਾਲ ਨਹੀਂ ਜੁੜਦਾ। ਜੇ ਕਿਤੇ ਜੁੜ ਜਾਵੇ ਮਨੁੱਖ ਗੁਰੂ ਨਾਲ, ਫਿਰ ਇਹਦੀ ਹਉਮੈ ਖਤਮ। ਨਾਨਕ ਗਰੀਬ ਬੰਦਾ ਜਨ ਤੇਰਾ। ਮੈਂ ਤਾਂ ਜੀ ਗਰੀਬ ਹਾਂ, ਮੈਂ ਤੇਰਾ ਬੰਦਾ, ਤੇਰੀ ਬੰਦਗੀ ਕਰਨ ਵਾਲਾ, ਮੇਰੇ ਤੋਂ ਬੰਦਗੀ ਕਰਾ। ਜਨ ਤੇਰਾ, ਮੈਂ ਤੇਰਾ ਦਾਸ ਹਾਂ, ਮੈਂ ਜਾਨ ਹਾਂ। ਜੋ ਤੂੰ ਕਹੇਗਾ, ਮੈਂ ਜੋ ਤੁਸੀਂ ਗੁਰੂ ਜੀ ਸਮਝਾਓਗੇ, ਹੇ ਪਿਤਾ ਜੀ, ਬਾਪ ਜੀ, ਮੈਂ ਉਹੀ ਕਰਨ ਨੂੰ ਤਿਆਰ ਹਾਂ। ਜਨ ਤੇਰਾ, ਤੇਰਾ ਦਾਸ ਹਾਂ। ਰਾਖ ਲੈ ਸਾਹਿਬ ਪ੍ਰਭ ਮੇਰਾ। ਹੇ ਪ੍ਰਭੂ, ਹੇ ਮੇਰੇ ਸਾਹਿਬ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਤੇਰਾ, ਮੈਨੂੰ ਰੱਖ ਲਓ। ਰੁੜੇ ਜਾਂਦੇ ਨੂੰ ਮੈਂ ਮਾਇਆ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ ਖਤਮ ਹੋ ਰਿਹਾ ਸੀ। ਤੁਸੀਂ ਮੇਰੇ ਸਾਹਿਬ ਹੋ, ਤੁਸੀਂ ਮਾਲਕ ਹੋ, ਹੁਣ ਮੈਂ ਤੁਹਾਡੇ ਦੁਆਰੇ 'ਤੇ ਆ ਗਿਆ। ਮੈਨੂੰ ਰੁੜੇ ਜਾਂਦੇ ਨੂੰ, ਮੈਨੂੰ ਡਿੱਗੇ ਜਾਂਦੇ ਨੂੰ, ਮੈਨੂੰ ਉਹ ਹੜ੍ਹ ਦੇ ਪਾਣੀ ਦੇ ਵਿੱਚ ਰੁੜੇ ਜਾਂਦੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੱਖ ਲਓ। ਉਹ ਫਿਰ ਜਿਹੜਾ ਭਾਈ ਸੱਚਾ ਧਰਮੀ ਹੋ ਜਾਂਦਾ ਨਾ, ਉਹ ਤੋਂ ਹਮੇਸ਼ਾ ਡਰਦਾ ਰਹਿੰਦਾ। ਸਵਾਸ ਸਵਾਸ ਤੇ ਉਹਦੇ ਭਾਣੇ ਦੇ ਮੂਹਰੇ ਉਹਦੇ ਆਕੜਦਾ ਨਹੀਂ, ਕੁਝ ਨਹੀਂ ਕਰਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਪਾਉਂਦਾ, ਜੋ ਚੰਗਾ ਲੱਗਦਾ, ਸਾਡੇ ਵਾਸਤੇ ਉਹੀ ਚੰਗਾ। ਤੂੰ ਸਲਾਮਤ ਆ। ਸਾਡੀ ਕੀ ਜ਼ਿੰਦਗੀ ਹੈ, 70 ਸਾਲ ਦੀ, 80 ਸਾਲ ਦੀ, 100 ਸਾਲ ਵੀ ਕਹਿ ਲਈਏ, ਖੰਡਾਂ ਬ੍ਰਹਿਮੰਡਾਂ ਦੇ ਮੁਕਾਬਲੇ 'ਚ ਕੀ ਹੈ। ਇਹਦੇ 'ਚ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਭਾਈ ਜੇ ਨਕਲੀ ਧਰਮੀ ਬਣ ਕੇ ਰਹਿ ਜਾਵਾਂਗੇ ਨਾ, ਫਿਰ ਅਸਲ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਤੇ ਜੇ ਅਸਲੀ ਬਣਨਾ, ਫਿਰ ਗੁਰੂ ਨਾਲ ਜੁੜਨਾ ਪਊਗਾ, ਗੁਰਬਾਣੀ ਨਾਲ ਜੁੜਨਾ ਪਊਗਾ। ਗੁਰਬਾਣੀ ਅੰਦਰ ਨੂੰ ਲੈ ਕੇ ਜਾਂਦੀ ਹੈ। ਫਿਰ ਮਨੁੱਖ ਦਾ ਅੰਦਰ ਆ ਜਿਹੜਾ ਸਵਰ ਜਾਣਾ। ਆਪ ਸਵਾਰਾ ਹੈ, ਮੈਂ ਮਿਲਾਂ,
मैं मिलिया सुख होए, नानक भगतां सदा विकास वाला। ये खेड़ा अंदर बन जाता, जेड़े जुड़ जाते हैं। सो इस करके भाई सारिਆਂ ਨੂੰ हथ जोड़ के बेनती है भी अपना जीवन अजाई ना चलिया जाए किते। बहुत वड्डा ज्ञान का खजाना अपने कोले सिखां दे कोल आ। जुड़ तां कोई भी सकदा, पर सिखां दे कोल तां बहुत वड्डा खजाना। गुरबाणी नाल जुड़िए, अपने आप नूं सवारीए। बस किहदे नाल अपना मुकाबला जे करना जां लड़ना, किहदे नाल लड़ना। जाको हर रंग लागो इस युग में है, सो कहीत है सूरा। वो सूरमा, वो बहादुर आ। अंदरले सूरमे, अंदरले बहादुर बनना। बाहरलियां लड़ाइयां तो पासा वट लो। जिन्हों भाई ज्ञान चंगा लगता है, कर्मा भागा ना मिलता, ठीक आ। साडा जिन्ना क फर्ज वड्डियां दा हैगा उन्ना क, क्योंकि जे ग्राउंड बनूगा तो बच्चे खेडणगे, जे ग्राउंड ही ना हो तो बच्चे खेडणगे कित्थे। जिन्ने जोगे हैगे आ भाई उन्ना असीं ये गुरबाणी दी विचार शब्द करन नूं तैयार आ। इस तों अगे आ जेड़ा अगले तुसी बच्चों ने करना। सतगुरु सच्चे पातशाह सारियां दे सिर ते मेहर भरिया हथ रखे। मेरा नगर ये पिंड अखाड़ा तरक्कियां करे, बुलंदियां नूं छूहे। मेरी यही तमन्ना, यही इच्छा, मेरे नगर दे बच्चे ज्ञानी ध्यानी होण, वड्डियां वड्डियां पोस्टां ते होण, वड्डियां वड्डियां डिग्रियां ते होण, सुख शांति दे नाल जिउण, जिंदगी दा आनंद मानण। यही मेरी तमन्ना। होइयां भुल्लां गलतियां कमियां दी माफ़ी बख्शना जी। आओ गज के फतेह बुलाइए। वाहिगुरू जी का खालसा, वाहिगुरू जी की फतेह।